ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸ੍ਰੀ ਗੁਰੂ ਅੰਗਦ ਦੁਖ ਨਿਕੰਦਨ। ਗੁਰੂ ਅਮਰਦਾਸ ਪਰਮ ਕਿਰਪਾਲੂ, ਵਾਹਿਗੁਰੂ ਪਰਮ ਕਿਰਪਾਲਾ। ਗੁਰੂ ਰਾਮਦਾਸ ਸਤਿਗੁਰੂ ਦਿਆਲਾ। ਸ੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰਿ ਗੋਬਿੰਦ ਸੁਭ ਸਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਗੁਰੂ ਕ੍ਰਿਸ਼ਨ ਮਨਾਏ ਬਹੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਗੁਰੂ ਗੋਬਿੰਦ ਸਿੰਘ ਬੇਸਾਲਾ। ਤਰੁ ਤਰਾ ਧਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਦੋਹਰਾ ਜਥਾ ਸਖਤ ਜੋ ਭੇਟ ਸੀ, ਆਗੇ ਧਰੀ ਬਣਾਏ। ਪੁਨ ਬਾਲਾ ਬੋਲਤ ਭਇਓ, ਬਿਨੇ ਬਚਨ ਮਹਿ ਪਾਏ। ਪਰਮ ਸਤਿਕਾਰਯੋਗ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਚਰਨ ਛੋਹ ਪ੍ਰਾਪਤ ਪਾਵਨ ਅਸਥਾਨ ਗੁਰਦੁਆਰਾ ਗੁਰੂ ਨਾਨਕਵਾੜੀ ਸਿੰਘ ਸਭਾ ਵਿਖੇ ਇਤਿਹਾਸ ਦੀ ਲੜੀਵਾਰ ਵਿਚਾਰ ਸਰਵਣ ਕਰ ਰਹੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਵਡਭਾਗੇ ਹਾਂ। ਦੂਸਰੇ ਦਿਨ ਦੀ ਇਹ ਲੜੀਵਾਰ ਕਥਾ ਆਰੰਭ ਕਰਨ ਜਾ ਰਹੇ ਹਾਂ। ਗੁਰੂ ਅੱਗੇ ਅਰਦਾਸ ਕਰੀਏ, ਪਾਤਸ਼ਾਹ ਰਹਿਮਤ ਕਰਨੀ, ਆਪਣੇ ਪਾਵਨ ਜੀਵਨ ਦੇ ਇਤਿਹਾਸ ਦੀ ਵਿਚਾਰ ਆਪ ਕਰਵਾ ਲੈਣੀ। ਸੋ ਜੋ ਇਹ ਪ੍ਰਕਰਨ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਦਾ, ਉਹਨਾਂ ਦੇ ਪਾਵਨ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਲੜੀਵਾਰ ਇਹ ਪਾਵਨ ਵਿਚਾਰ ਆਰੰਭ ਕੀਤੀ ਗਈ ਹੈ। ਕੱਲ੍ਹ ਅਸੀਂ ਵਿਚਾਰਿਆ ਸੀ ਭਾਈ ਸੰਤੋਖ ਸਿੰਘ ਜੀ, ਜਿਨ੍ਹਾਂ ਨੇ ਇਹ ਪਾਵਨ ਗ੍ਰੰਥ ਕਾਵਿ ਰੂਪ ਦੇ ਵਿੱਚ ਰਚਿਆ ਹੈ, ਜਿਸ ਵਿੱਚ ਅਕਾਲ ਪੁਰਖ ਦੀ ਗੁਰੂ ਦੀ ਉਸਤਤ ਕਰਦਿਆਂ ਹੋਇਆਂ ਭਾਈ ਸੰਤੋਖ ਸਿੰਘ ਜੀ ਨੇ ਦੋਹਰੇ ਤੇ ਸਵਈਏ ਉਚਾਰਨ ਕੀਤੇ।
ਤੇ ਅੱਗੇ ਜ਼ਿਕਰ ਕੀਤਾ ਕਿ ਕਿਸ ਤਰ੍ਹਾਂ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਖਡੂਰ ਦੀ ਧਰਤੀ ਉੱਤੇ ਬਿਰਾਜੇ ਨੇ, ਨਾਮ ਦਾ ਦਾਨ ਦੇ ਕੇ ਸੁੱਖ ਦੇ ਰਹੇ ਨੇ। ਮਨ ਵਿੱਚ ਇਹ ਵਿਚਾਰ ਆਈ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦਾ ਬਚਪਨ ਤੇ ਜਵਾਨੀ ਜੇ ਕੋਈ ਸਿੱਖ ਆਣ ਕੇ ਮਿਲੇ, ਉਹਨਾਂ ਦੇ ਹਮ ਉਮਰ ਦਾ, ਤੇ ਮੈਨੂੰ ਉਹਨਾਂ ਦੀ ਕਥਾ ਕਹਾਣੀ ਸੁਣਾਏ, ਕਿਉਂਕਿ ਮਨ ਦੇ ਵਿੱਚ ਪ੍ਰੇਮ ਹੈ, ਸ਼ਰਧਾ ਹੈ, ਤੇ ਮਨ ਵਿਰਾਗ ਵਿੱਚ ਲਿਆ ਕੇ ਬੈਠੇ ਹੋਏ ਨੇ ਖਡੂਰ ਦੀ ਧਰਤੀ 'ਤੇ। ਉਸ ਸਮੇਂ ਫਿਰ ਇੱਕ ਸਿੱਖ ਆਉਂਦਾ ਹੈ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲੋਂ, ਭਾਈ ਬਾਲਾ, ਜੋ ਸੰਧੂ ਗੋਤਰ ਦਾ ਹੈ। ਉਹ ਆਣ ਕੇ ਗੁਰੂ ਚਰਨਾਂ ਦੇ ਵਿੱਚ ਮੱਥਾ ਟੇਕਦਾ ਹੈ, ਤੇ ਮੱਥਾ ਟੇਕ ਕੇ ਗੁਰੂ ਦੇ ਕੋਲ ਆਣ ਕੇ ਬੈਠ ਜਾਂਦਾ ਹੈ। ਕੱਲ੍ਹ ਤੱਕ ਅਸੀਂ ਇਹ ਵਿਚਾਰ ਸਰਵਣ ਕੀਤੀ ਸੀ, ਸੋ ਆਓ ਗੁਰੂ ਜੀ ਤੋਂ ਆਗਿਆ ਲਈਏ। ਪਾਤਸ਼ਾਹ ਰਹਿਮਤ ਕਰਨੀ, ਅਗਲੇਰੇ ਇਤਿਹਾਸ ਦੀ ਵਿਚਾਰ ਆਪ ਕਰਵਾ ਲੈਣੀ। ਇਸੇ ਆਸ ਵਿੱਚ ਗੁਰਫਤਿਹ ਦੇ ਨਾਲ ਸਾਂਝ ਬਣਾਈਏ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੌਪਈ ਦੋਹਰਾ ਜਥਾ ਸਗਤ ਜੋ ਭੇਟ ਸੀ, ਆਗੇ ਧਰੀ ਬਣਾਏ। ਪੁਨ ਬਾਲਾ ਬੋਲਤ ਪਇਓ, ਬਿਨੇ ਬਚਨ ਮੈਂ ਪਾਏ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਆਣ ਕੇ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਭਾਈ ਬਾਲਾ ਜੀ ਬਿਰਾਜੇ ਨੇ, ਤੇ ਜੋ ਸਮਰੱਥਾ ਸੀ ਉਸ ਸਮਰੱਥਾ ਅਨੁਸਾਰ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਤੇ ਭੇਟਾ ਰੱਖੀ। ਜਤਾ ਸ਼ਕਤ ਜੋ ਭੇਟ ਥੀ, ਆਗੇ ਧਰੀ ਬਣਾਏ, ਅੱਗੇ ਰੱਖ ਦਿੱਤੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ। ਤੇ ਫਿਰ ਬੇਨਤੀ ਕੀਤੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਖਲੋ ਕੇ। ਚੌਪਈ ਸ੍ਰੀ ਅੰਗਦ ਜੀ ਸੁਣੋ ਕਿਰਪਾਲਾ, ਸੰਧੂ ਗੋਤ ਨਾਮ ਮੋਹਿ ਬਾਲਾ। ਤੇ ਆਖਣ ਲੱਗੇ, ਹੇ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ, ਕਿਰਪਾਲੂ ਪਤੀ ਜੀ, ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀਓ, ਮੈਂ ਸੰਧੂ ਗੋਤ ਦਾ ਹਾਂ ਤੇ ਮੇਰਾ ਨਾਮ ਬਾਲਾ ਹੈ। ਰਾਏ ਭੋਏ ਤਲਵੰਡੀ ਜੋ, ਵਤਨ ਜਨਮ ਹਮਰਾ ਹੈ ਸੋ। ਜਿਹੜਾ ਅਸਥਾਨ ਹੈ ਨਾ ਰਾਏ ਭੋਏ ਦੀ ਤਲਵੰਡੀ, ਜਿੱਥੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ, ਉਸ ਥਾਂ ਦਾ, ਉਸ ਗ੍ਰਾਂ ਦਾ ਮੈਂ ਰਹਿਣ ਵਾਲਾ ਹਾਂ। ਮੇਰਾ ਵਤਨ ਵੀ ਉਹੀ ਹੈ। ਗੁਰ ਦਰਸ਼ਨ ਕੀ ਲਾਲਸ ਪੂਰੀ, ਜਾਂਤੇ ਹੋ ਚਲ ਆਏ ਹਜ਼ੂਰੀ। ਮੇਰੇ ਮਨ ਦੇ ਅੰਦਰ ਗੁਰੂ ਦੀ ਲਾਲਸਾ ਸੀ, ਗੁਰੂ ਦੇ ਦਰਸ਼ਨਾਂ ਦੀ ਤਾਂਘ ਸੀ। ਹੇ ਪਾਤਸ਼ਾਹ ਜੀ, ਮੇਰੇ ਅੰਦਰ ਦਰਸ਼ਨ ਪਿਆਸੀ, ਦਿਨਸ ਰਾਤ ਚਿਤਵੋ ਅਣਦਿਨ ਨੀਤ। ਦਿਨੇ ਰਾਤ ਮੇਰੇ ਮਨ ਦੇ ਅੰਦਰ ਲਾਲਸਾ ਸੀ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦੀਦਾਰ ਹੋਣ, ਪਰ ਉਹ ਸਰੀਰ ਰੂਪ ਵਿੱਚ ਇਸ ਸੰਸਾਰ ਤੋਂ ਚਲੇ ਗਏ ਨੇ। ਪਤਾ ਚੱਲਿਆ ਸੀ, ਇਸ ਕਰਕੇ ਮੇਰੇ ਮਨ ਅੰਦਰ ਲਾਲਸਾ ਆਈ ਤੇ ਮੈਂ ਚੱਲ ਕੇ ਆਪ ਜੀ ਦੇ ਹਜ਼ੂਰ ਆਇਆ ਹਾਂ। ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ, ਮੈਂ ਤੁਹਾਡੀ ਬੜੀ ਮਹਿਮਾ ਸੁਣੀ ਹੈ ਕਿ ਤੁਸੀਂ ਅਜਰ ਨੂੰ ਜਰਨ ਵਾਲੇ ਜੀ, ਤੁਸੀਂ ਧੀਰਜਵਾਨ ਜੀ, ਤੁਹਾਡੇ ਅੰਦਰ ਬਹੁਤ ਧੀਰਜ ਹੈ। ਮੈਂ ਇਹ ਤੁਹਾਡੀ ਸੋਭਾ ਸੁਣ ਕੇ ਆਇਆ ਹਾਂ। ਸ੍ਰੀ ਅੰਗਦ ਤੁਮ ਗੁਰ ਕੋ ਹੈ, ਕਰੋ ਚਾਲ ਨਿਜ ਮਤ ਜੋ ਹੈ। ਤੇ ਇੱਥੇ ਫਿਰ ਭਾਈ ਸਾਹਿਬ ਜੀ ਲਿਖਦੇ ਹਨ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕਿਹਾ, ਕਹਿ ਸ੍ਰੀ ਅੰਗਦ ਤੁਮ ਗੁਰ ਕੋ ਹੈ। ਜਦੋਂ ਇਹ ਬਚਨ ਬਿਲਾਸ ਹੋਏ ਨਾ, ਭਾਈ ਬਾਲੇ ਨੇ ਆਣ ਕੇ ਇਹ ਗੱਲ ਆਖੀ
ਕਿ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ, ਮੈਨੂੰ ਤੁਹਾਡੇ ਦਰਸ਼ਨਾਂ ਦੀ ਲਾਲਸਾ ਸੀ ਤੇ ਮੈਂ ਤੁਹਾਡੇ ਕੋਲ ਆਇਆ। ਤੇ ਫਿਰ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਵਾਲ ਕੀਤਾ ਕਿ ਹੇ ਭਾਈ ਬਾਲੇ, ਤੁਹਾਡਾ ਗੁਰੂ ਕੌਣ ਹੈ? ਤੁਹਾਡਾ ਮਤ ਕਿਹੜਾ ਹੈ? ਕਰੋ ਉਚਾਰਨ ਨਿਜ ਮਤ ਜੋ ਹੈ। ਜੋ ਤੁਹਾਡਾ ਮਤ ਹੈ ਉਹ ਆਪਣੇ ਮੁਖ ਤੋਂ ਉਚਾਰਨ ਕਰੋ। ਮధుਰ ਬਚਨ ਸਭ ਨਿਰਗੁਣ ਸੁਭਾਉ, ਵਿਸਿਅਨ ਗਾਉ ਸਪਰਸ ਨ ਕਾਉ। ਤੇ ਇਹ ਵੀ ਦੱਸਣਾ ਕਰੋ ਕਿ ਤੁਹਾਡਾ ਗੁਰੂ ਕੌਣ ਹੈ। ਮਧੁਰ ਬਚਨ ਸੁਭ ਮਿਰਦੁਲ ਸੁਭਾਉ, ਤੁਹਾਡਾ ਜਿਹੜਾ ਸੁਭਾਅ ਹੈ ਨਾ, ਜਿਹੜਾ ਤੁਹਾਡਾ ਉਚਾਰਨ ਦਾ ਤਰੀਕਾ ਹੈ, ਇਹ ਬੜਾ ਸੋਹਣਾ ਹੈ। ਤੇ ਮੈਂ ਜਾਣਨਾ ਚਾਹੁੰਦਾ ਕਿ ਤੁਹਾਡਾ ਗੁਰੂ ਕੌਣ ਹੈ, ਤੁਹਾਡਾ ਸਿਧਾਂਤ ਕੀ ਹੈ। ਤੁਸੀਂ ਇਹ ਆਪਣੇ ਮੁਖ ਤੋਂ ਉਚਾਰ ਕੇ ਸਾਨੂੰ ਦੱਸਣਾ ਕਰੋ। ਹਾਥ ਬੰਦ ਬੋਲਿਓ ਬਚ ਬਾਲਾ, ਸਭ ਰਾਵਣ ਕੋ ਗਿਆਤ ਬਸਾਲਾ। ਤੇ ਇੱਥੇ ਭਾਈ ਬਾਲਾ ਜੀ ਫਿਰ ਦੋਵੇਂ ਹੱਥ ਜੋੜ ਕੇ ਧੰਨ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਵਿੱਚ ਖਲੋ ਗਏ। ਪਾਤਸ਼ਾਹ, ਘਟ ਘਟ ਕੀ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਪਾਤਸ਼ਾਹ, ਤੁਸੀਂ ਸਭ ਕੁਝ ਜਾਣਦੇ ਜੇ, ਤੁਸੀਂ ਸਭ ਕੁਝ ਜਾਣਦੇ ਜੇ। ਸਭ ਰਾਵਰ ਕੋ ਗਿਆਤ ਵਿਸਾਲਾ, ਤੁਹਾਨੂੰ ਸਾਰੇ ਸੰਸਾਰ ਦਾ ਪਤਾ। ਤੁਸੀਂ ਮੇਰੇ ਬਾਰੇ ਵੀ ਜਾਣਦੇ ਹੋ। ਮੈਂ ਹੱਥ ਜੋੜ ਕੇ ਤੁਹਾਡੇ ਅੱਗੇ ਅਰਦਾਸ ਕਰਦਾ ਹਾਂ। ਕਲਪ ਜੋ ਤੁਮ ਪੂਛਨ ਅਨੁਸਾਰੀ, ਸੁਨੋ ਆਪ ਮੈਂ ਕਹੋ ਸੁਧਾਰੀ। ਕਹਿੰਦੇ ਫਿਰ ਵੀ ਤੁਸੀਂ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਪੁੱਛਣਾ ਕੀਤਾ ਹੈ, ਤੇ ਗੁਰੂ ਦੇ ਸਿੱਖ ਦਾ ਇਹ ਫਰਜ਼ ਹੈ ਕਿ ਜੋ ਗੁਰੂ ਕਹਿ ਰਿਹਾ ਉਹਨੂੰ ਭਲਾ ਜਾਣ ਕੇ ਮੰਨ ਲੈਣਾ। ਤੁਸੀਂ ਜਾਣੀ ਜਾਣ ਜੇ, ਪਰ ਤੁਹਾਡੀ ਆਗਿਆ ਮੈਂ ਮੋੜ ਨਹੀਂ ਸਕਦਾ। ਤੁਸੀਂ ਸੁਣਨਾ ਕਰੋ। ਤੇ ਬੜੇ ਪਿਆਰ ਦੇ ਨਾਲ ਫਿਰ ਆਪਣੇ ਇਸ ਮੁਖ ਦੇ ਵਿੱਚੋਂ ਬੜੇ ਮਿੱਠੇ ਬੋਲਾਂ ਦੇ ਨਾਲ ਦੱਸਦੇ ਹਨ। ਸ੍ਰੀ ਨਾਨਕ ਜੀ ਮਮ ਗੁਰ ਪੂਰਨ, ਕਲ ਕਲ ਮਲ ਰੁਜ ਪਦ ਰਜ ਚੂਰਨ। ਤੇ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਫਿਰ ਭਾਈ ਬਾਲਾ ਜੀ ਖਲੋ ਗਏ ਨੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਤੇ ਬੇਨਤੀ ਕਰਨ ਲੱਗੇ ਨੇ, ਸ੍ਰੀ ਨਾਨਕ ਜੀ ਮਮ ਗੁਰਪੂਰਨ, ਮੇਰੇ ਗੁਰੂ ਨੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ। ਕਲ ਕਲਮਲ ਰੁਜ ਪਦ ਰਜ ਚੂਰਨ, ਮੈਂ ਉਹਨਾਂ ਦੇ ਚਰਨਾਂ ਦੀ ਧੂੜ ਹਾਂ। ਮੈਂ ਉਹਨਾਂ ਦੇ ਚਰਨਾਂ ਦੇ ਵਿੱਚ ਟਿਕ ਕੇ ਸੇਵਾ ਕੀਤੀ ਹੈ। ਮੈਂ ਉਹਨਾਂ ਦੇ ਨਾਲ ਸਮਾਂ ਬਿਤਾਇਆ ਹੈ। ਰੰਗ ਮਤੰਗੇ ਕੋ ਸਰ ਕੇਸਰ, ਭਾਉ ਭਗਤ ਕਰਤ ਜਗਤ ਸੋ ਸਦ ਸਰ। ਤੇ ਭਾਈ ਸਾਹਿਬ ਜੀ ਜ਼ਿਕਰ ਕਰਦੇ ਨੇ ਕਿ ਇਸ ਸੰਸਾਰ ਦੇ ਉੱਤੇ ਜਿਸ ਤਰ੍ਹਾਂ ਗੁਰੂ ਤੇ ਚੇਲੇ ਦਾ ਮਿਲਾਪ ਹੈ, ਮੇਰਾ ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਸ ਸੰਸਾਰ ਦੇ ਉੱਤੇ ਬੜਾ ਹੀ ਪਿਆਰ ਸੀ। ਅਸੀਂ ਭਾਉ ਤੇ ਭਗਤੀ ਜੋ ਗੁਰੂ ਨੇ ਦਰਸਾਇਆ ਮਾਰਗ, ਉਸ ਮਾਰਗ ਦੇ ਉੱਤੇ ਫਿਰ ਚੱਲ ਕੇ ਜੋ ਗੁਰੂ ਦਾ ਬਚਨ ਸੀ ਉਹ ਕਮਾਇਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਪੂਰਨ ਗੁਰੂ ਹਨ ਇਸ ਕਲਯੁਗ ਦੇ ਵਿੱਚ। ਤੇ ਕਲਯੁਗ ਦੇ ਵਿੱਚ ਫਿਰ ਜਿਨ੍ਹਾਂ ਨੇ ਉਹਨਾਂ ਦੇ ਚਰਨਾਂ ਦੀ ਧੂੜ ਲੈ ਲਈ ਨਾ, ਉਹਨਾਂ ਦੇ ਦੁੱਖ ਦੂਰ ਹੋ ਜਾਂਦੇ ਨੇ। ਸੰਸਾਰ ਦੇ ਵਿੱਚ ਜਿਹੜੇ ਪਖੰਡ ਰੂਪੀ ਹਾਥੀ ਹੈ ਨਾ, ਇਸ ਸੰਸਾਰ ਦੇ ਉੱਤੇ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸ਼ੇਰ ਦਾ ਸਮਾਨ ਇਸ ਸੰਸਾਰ ਦੇ ਉੱਤੇ ਪਖੰਡ ਰੂਪੀਆਂ ਨੂੰ, ਹਾਥੀਆਂ ਨੂੰ ਦਲਣ ਵਾਲੇ ਨੇ ਤੇ ਭਾਉ ਭਗਤੀ ਵਾਲੇ ਹਨ। ਸੁਨ ਸ੍ਰੀ ਅੰਗਦ ਬਚਨ ਉਚਾਰਿਓ, ਤੁਮ ਗੁਰ ਨਾਨਕ ਰੂਪ ਨਿਹਾਰਿਓ। ਜਦੋਂ ਇਹ ਕੰਨਾਂ ਵਿੱਚ ਆਵਾਜ਼ ਪਈ ਨਾ, ਭਾਈ ਬਾਲੇ ਨੇ ਜਦੋਂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇੰਨੀ ਬੇਨਤੀ ਕੀਤੀ ਤੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਸੁਣੇ, ਸੁਨ ਸ੍ਰੀ ਅੰਗਦ ਬਚਨ ਉਚਾਰਿਓ। ਇਹ ਕੰਨਾਂ ਦੇ ਨਾਲ ਸੁਣ ਕੇ ਫਿਰ ਬਚਨ ਉਚਾਰਨ ਕੀਤਾ ਕਿ ਤੁਮ ਗੁਰੂ ਨਾਨਕ ਰੂਪ ਨਿਹਾਰਿਓ। ਕੀ ਤੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਵਾਕਈ ਦਰਸ਼ਨ ਕੀਤੇ ਹਨ? ਸਭ ਕੀ ਗੁਰ ਸਿੱਖੀ ਮਨ ਮਾਨੀ, ਕਰਮ ਪ੍ਰੇਮ ਮੈਂ ਮਤ ਲਪਟਾਨੀ। ਤੁਸੀਂ ਕਦੋਂ ਕਦੀ ਇਹ ਗੁਰਸਿੱਖੀ ਧਾਰਨ ਕੀਤੀ ਹੈ?
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕਦੋਂ ਕਦੇ ਸਿੱਖ ਬਣੇ ਜੇ? ਇਹ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਪੁੱਛ ਰਹੇ ਨੇ ਭਾਈ ਬਾਲੇ ਨੂੰ। ਪਰਮ ਪ੍ਰੇਮ ਮਹਿ ਮਤ ਲਪਟਾਨੀ, ਕਦੋਂ ਕਦਾ ਤੁਹਾਡਾ ਜਿਹੜਾ ਪ੍ਰੇਮ ਹੈ ਤੁਹਾਡੀ ਮਤ ਦੇ ਵਿੱਚ ਉਤਪੰਨ ਹੋਇਆ? ਕਦੋਂ ਕਦੋਂ ਤੁਸੀਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਪ੍ਰੇਮ ਰੂਪ ਵਿੱਚ ਜੁੜੇ ਹੋ? ਜੋ ਪਈ ਬਾਲਾ ਬੋਲਿਓ ਸੁਣੋ ਦਿਆਲਾ, ਤਿਨਕੇ ਸੰਗ ਰਹਿਓ ਚਿਰ ਕਾਲਾ। ਤੇ ਫਿਰ ਭਾਈ ਬਾਲਾ ਜੀ ਬੋਲੇ ਨੇ, ਹੇ ਪਾਤਸ਼ਾਹ ਬਾਲਾ ਬੋਲਿਓ ਸੁਣੋ ਦਿਆਲਾ, ਹੇ ਦਇਆ ਦੇ ਘਰ ਦਇਆ ਦੇ ਖਜ਼ਾਨੇ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ, ਤੁਸੀਂ ਪੁੱਛਣਾ ਕੀਤਾ ਹੈ ਤੇ ਤਿਨਕੇ ਸੰਗ ਰਹਿਓ ਚਿਰੰਕਾਲਾ। ਮੈਂ ਕਈਆਂ ਚਿਰਾਂ ਤੋਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸੰਗ ਕੀਤਾ ਹੈ। ਤੀਨ ਬਰਕ ਤਨ ਬੈਸ ਵਡੇਰੀ, ਬਾਲ ਕਰਨ ਪਹਿਲਿਆ ਬਿਟੀ ਬਤੇਰੀ। ਤੇ ਭਾਈ ਸਾਹਿਬ ਲਿਖਦੇ ਨੇ, ਫਿਰ ਭਾਈ ਬਾਲਾ ਜੀ ਜਿਹੜੇ ਨੇ ਉਹ ਆਖਦੇ ਨੇ ਕਿ ਮੇਰੇ ਤੋਂ 3 ਸਾਲ ਵੱਡੇ ਸਨ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ। 3 ਬਰਖ ਤਨ ਬੈਸ ਵਡੇਰੀ, ਉਹਨਾਂ ਦੀ ਜਿਹੜੀ ਉਮਰ ਸੀ ਉਹ 3 ਸਾਲ ਵੱਡੀ ਸੀ। ਬਾਲ ਤਰਨ ਬਾਏ ਬਿਤੀ ਬਤੇਰੀ, ਇਸ ਸੰਸਾਰ ਦੇ ਵਿੱਚ ਬਾਲਪਨ ਅਤੇ ਜਵਾਨੀ, ਬਾਲ ਤਰਨ ਤੇ ਬਹੁਤੀ ਉਮਰ ਜਿਹੜੀ ਹੈ, ਭਾਈ ਸਾਹਿਬ ਲਿਖਦੇ ਨੇ, ਭਾਈ ਬਾਲਾ ਜੀ ਕਹਿੰਦੇ ਬਹੁਤੀ ਉਮਰ ਜਿਹੜੀ ਹੈ ਅਸੀਂ ਉਹਨਾਂ ਦੇ ਨਾਲ ਹੀ ਬਿਤਾਈ ਹੈ। ਦਇਆ ਜਿਸ ਤਰਸ ਦਿਖਾਇਓ, ਦਇਆ ਦਰਸ ਕੋ ਦੇਖ, ਨਿਕਟ ਰਹਿਤ ਤਿਨ ਚਰਨ ਹਮ, ਤਾਰਿਓ ਜਗਤ ਬਸੇਖ। ਤੇ ਇੱਥੇ ਫਿਰ ਭਾਈ ਬਾਲਾ ਜੀ ਆਖਦੇ ਨੇ, ਹੇ ਸੱਚੇ ਪਾਤਸ਼ਾਹ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀਓ, ਦਇਆ ਦਿਸ ਦਰਸ ਦਿਖਾਇਓ, ਦਇਆ ਦ੍ਰਿਸ਼ਟ ਕੋ ਦੇਖ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਧਰਮ ਦਾ ਪ੍ਰਚਾਰ ਕਰਨ ਵਾਸਤੇ, ਸੰਤਾਂ ਨੂੰ ਉਭਾਰਨ ਵਾਸਤੇ, ਜਿਹੜੇ ਸੰਤ ਜਨ ਸਨ ਉਹਨਾਂ ਦੀ ਰੱਖਿਆ ਕਰਨ ਵਾਸਤੇ ਤੇ ਜਿਹੜੇ ਦੁਸ਼ਟ ਸਨ ਉਹਨਾਂ ਦਾ ਸੰਘਾਰ ਕਰਨ ਵਾਸਤੇ 10 ਦਿਸ਼ਾਵਾਂ ਵੱਲ ਗਏ ਨੇ। ਦਇਆ ਜਿਸ ਦਰਸ ਦਿਖਾਇਓ, ਜਿੱਥੇ ਜਿੱਥੇ ਵੀ ਉਹ ਦਰਸ਼ਨ ਦੇਣ ਵਾਸਤੇ ਗਏ ਨੇ ਅਸੀਂ ਉਹਨਾਂ ਦੇ ਨਾਲ ਹੀ ਰਹੇ ਹਾਂ। ਨਿਕਟ ਰਹਿਤ ਤਿਨ ਚਰਨ ਹਮ, ਅਸੀਂ ਉਹਨਾਂ ਦੇ ਚਰਨਾਂ ਦੇ ਕੋਲ ਹੀ ਬੈਠੇ ਰਹੇ ਹਾਂ। ਕਹਿਣ ਤੋਂ ਭਾਵ ਹੈ ਕਿ ਭਾਈ ਬਾਲਾ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਰਹੇ ਨੇ। ਭਾਈ ਬਾਲਾ ਜੀ ਕਹਿ ਰਹੇ ਨੇ ਕਿ ਇਸ ਸੰਸਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜੁੜ ਕੇ ਤੇ ਜਿੱਥੇ ਜਿੱਥੇ ਵੀ ਉਹ ਪ੍ਰਚਾਰਕ ਫੇਰੀਆਂ ਵੱਲ ਗਏ ਨੇ ਅਸੀਂ ਉਹਨਾਂ ਦੇ ਨਾਲ ਜਾਣਾ ਕੀਤਾ ਹੈ। ਦਇਆ ਐਨ ਸੁਣ ਬੈਨੇ, ਦੈਨ ਭਗਤ ਨਿਜ ਦਾਸ, ਉਠ ਕਰ ਕੁਝ ਭਰ ਘਰ ਮਿਲੇ, ਉਤਰ ਪਰਮ ਹੁਲਾਸ। ਜਦੋਂ ਇੰਨੀ ਗੱਲ ਸਰਵਣ ਕੀਤੀ ਨਾ ਕੰਨਾਂ ਦੇ ਨਾਲ ਤੇ ਦਇਆ ਦੇ ਘਰ ਦਇਆ ਦੇ ਖਜ਼ਾਨੇ ਸੁੱਖਾਂ ਦੇ ਦਾਤੇ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਫਿਰ ਖੜ੍ਹੇ ਹੋ ਗਏ। ਜਦੋਂ ਕੰਨਾਂ ਦੇ ਨਾਲ ਇਹ ਸਰਵਣ ਕੀਤਾ ਫਿਰ ਖੜ੍ਹੇ ਹੋ ਗਏ ਤੇ ਉੱਠ ਕੇ ਫਿਰ ਆਪਣੀਆਂ ਬਾਹਾਂ ਵਿੱਚ ਉੱਠ ਕਰ ਭੁਜ ਭਰ ਘਰ ਮਿਲੇ। ਭੁਜਾਂ ਕਹਿੰਦੇ ਨੇ ਬਾਹਾਂ ਨੂੰ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੀਆਂ ਬਾਹਾਂ ਖਿਲਾਰ ਲਈਆਂ, ਗਲ ਵੱਕੜੀ ਵਿੱਚ ਲੈ ਲਿਆ ਭਾਈ ਬਾਲੇ ਨੂੰ ਤੇ ਬੜਾ ਪਿਆਰ ਦਿੱਤਾ, ਬੜਾ ਸਤਿਕਾਰ ਦਿੱਤਾ, ਪਿਆਰ ਦੇ ਨਾਲ ਪਲੋਸਿਆ ਕਿ ਤੂੰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਸੇਵਕ ਹੈ। ਤੇ ਬੜਾ ਮਨ ਵਿੱਚ ਖੁਸ਼ੀ ਆਈ, ਵੈਰਾਗ ਆ ਗਿਆ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ। ਜੋ ਪਈ ਬਹੁਰ ਬਲੋਚਨ ਮੁਚਾ ਬਰਾਗਾ, ਕਰ ਗੁਰ ਚੰਨਣ ਬਰ ਅਨੁਰਾਗਾ। ਭਾਈ ਸਾਹਿਬ ਲਿਖਦੇ ਹਨ ਕਿ ਬਹੁਰ ਬਿਲੋਚਨ ਮੁਚਾ ਬਿਰਾਗਾ, ਮਨ ਦੇ ਅੰਦਰ ਅੱਖਾਂ ਦੇ ਵਿੱਚ ਜਿਹੜਾ ਵਾ ਉਹ ਬੜਾ ਹੀ ਪਿਆਰ ਤੇ ਪਿਆਰ ਦੇ ਨਾਲ ਅੱਖਾਂ ਵਿੱਚ ਹੰਝੂ ਆ ਗਏ, ਜਲ ਭਰ ਆਇਆ। ਬਹੁਰ ਬਿਲੋਚਨ ਮੁਚਾ ਬਿਰਾਗਾ, ਵਿਰਾਗ ਆ ਗਿਆ ਹਿਰਦੇ ਵਿੱਚ। ਕਰਪੁਰ ਚਰਨਨ ਬਰ ਅਨੁਰਾਗਾ, ਤੇ ਇਸ ਸੰਸਾਰ ਦੇ ਉੱਤੇ ਫਿਰ ਸਾਹਮਣੇ ਸੇਵਕ ਖੜਾ ਹੈ ਤੇ ਸੇਵਕ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਗੁਰੂ ਨੇ। ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨਮਸਕਾਰ ਕੀਤੀ ਕਿ ਤੂੰ ਸ੍ਰੇਸ਼ਟ ਬੁੱਧੀ ਵਾਲਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਨੇ।
ਉਹਨਾਂ ਦੇ ਨਾਲ ਆਪਣਾ ਜੀਵਨ ਬਤੀਤ ਕੀਤਾ ਹੈ। ਧੀਰ ਨ ਧਰੇ ਅਦਿਕ ਧਾਰੇ ਆਸੂ, ਭਗਤ ਪ੍ਰੀਤ ਕੀ ਭਗਤ ਅਲਾਸੂ। ਮਨ ਅੰਦਰ ਪ੍ਰੀਤ ਜਾਗ ਪਈ ਹੁਣ ਕਿ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਆਖਣ ਲੱਗੇ, ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਬਚਪਨ ਦਾ ਜੀਵਨ ਸੀ ਨਾ, ਉਹਨਾਂ ਦੀ ਜਿਹੜੀ ਭਰ ਜਵਾਨੀ ਸੀ, ਉਹ ਇਹ ਸਿੱਖ ਸੁਣੇਗਾ, ਕਿਉਂਕਿ ਇਹਨਾਂ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਪਰਸੇ ਨੇ। ਅਤੇ ਫਿਰ ਮਨ ਵਿੱਚ ਇਹ ਆਸ ਆਈ ਹੈ ਅਤੇ ਨਾਲ ਨਾਲ ਭਾਈ ਸਾਹਿਬ ਲਿਖਦੇ ਨੇ ਕਿ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨੈਣਾਂ ਵਿੱਚੋਂ, ਅੱਖਾਂ ਵਿੱਚੋਂ ਨੀਰ ਵਹਿ ਤੁਰਿਆ। ਹੁਣ ਉਹ ਹੰਝੂ ਜਿਹੜੇ ਡਿੱਗਦੇ ਨੇ ਉਹ ਵੱਜ ਨਹੀਂ ਰਹੇ, ਉਹ ਰੁਕਦੇ ਨਹੀਂ, ਇੱਕ ਟੱਕ ਜਿਹੜੇ ਨੇ ਉਹ ਧਰਤੀ 'ਤੇ ਡਿੱਗ ਰਹੇ ਹਨ। ਸ੍ਰਿਸ਼ਟਾ ਅਸਤ ਨਿਸਾ ਹੋਏ ਆਈ, ਬਾਲਾ ਰਹਿਤ ਭਇਓ ਤੇ ਥਾਈ। ਹੁਣ ਸੂਰਜ ਡੁੱਬ ਗਿਆ। ਵੇਖੋ, ਕੱਲ੍ਹ ਦਾ ਅਸੀਂ ਇਤਿਹਾਸ ਸ਼ੁਰੂ ਕੀਤਾ, ਇੱਕ ਦਿਨ ਦਾ ਇਹ ਇਤਿਹਾਸ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ, ਅਤੇ ਤਕਰੀਬਨ ਅਸੀਂ ਸ਼ੁਰੂ ਤੋਂ ਲੈ ਕੇ ਅਤੇ 26 ਜਿਹੜੇ ਬੰਦ ਨੇ ਉਹ ਅਸੀਂ ਸਰਵਣ ਕੀਤੇ ਆ। ਭਾਈ ਸੰਤੋਖ ਸਿੰਘ ਜੀ ਨੇ ਕਮਾਲ ਕੀਤੀ ਹੈ। ਇੱਕ ਪਲ ਦਾ ਹਿਸਾਬ, ਇੱਕ ਘੜੀ ਦਾ ਜਿਹੜਾ ਲੇਖਾ ਹੈ, ਇੱਕ ਮਿੰਟ ਦਾ ਸਮਾਂ ਜਿਹੜਾ ਉਹ ਇਸ ਕਾਵਿ ਰੂਪ ਦੇ ਵਿੱਚ ਬੰਨ੍ਹ ਦਿੱਤਾ। ਜਿਸ ਤਰ੍ਹਾਂ ਗੁਰੂ ਨੂੰ ਕੋਈ ਸਿੱਖ ਮਿਲਣ ਵਾਸਤੇ ਆਇਆ, ਉਸੇ ਤਰ੍ਹਾਂ ਲਿਖਿਆ। ਜਿਸ ਤਰ੍ਹਾਂ ਦਇਆ ਦੇ ਸਾਗਰ ਗੁਰੂ ਨੇ ਰਹਿਮਤਾਂ ਬਰਸਾਈਆਂ, ਉਸੇ ਤਰ੍ਹਾਂ ਹੀ ਜ਼ਿਕਰ ਕੀਤਾ ਹੈ। ਭਾਈ ਸਾਹਿਬ ਲਿਖਦੇ ਨੇ, ਹੁਣ ਸੂਰਜ ਡੁੱਬ ਗਿਆ, ਅਤੇ ਸੂਰਜ ਡੁੱਬ ਗਿਆ, ਰਾਤ ਪੈ ਗਈ। ਹੁਣ ਭਾਈ ਬਾਲਾ ਜੀ, ਬਾਲਾ ਰਹਿਤ ਭਇਓ ਤੈ ਥਾਈ, ਜਿੱਥੇ ਸੰਗਤ ਸਾਰੀ ਬੈਠੀ ਸੀ ਨਾ, ਫਿਰ ਉੱਥੇ ਜਾ ਕੇ ਭਾਈ ਬਾਲਾ ਜੀ ਬਿਰਾਜ ਗਏ ਹਨ। ਸਿੱਖ ਸੰਗਤ ਜੈ ਮਿਲ ਸਮੁਦਾਇਆ, ਤਾਂ ਬਸਿਓ ਸਭਨ ਮਨ ਭਾਇਆ। ਜਿੱਥੇ ਵੀ ਸਾਰੀ ਸੰਗਤ ਬੈਠੀ ਸੀ ਨਾ, ਉੱਥੇ ਜਾ ਕੇ ਭਾਈ ਬਾਲੇ ਨੇ ਸੇਵਾ ਵੀ ਕੀਤੀ, ਅਤੇ ਫਿਰ ਉੱਥੇ ਜਾ ਕੇ ਬਿਰਾਜ ਗਏ ਨੇ, ਜਿੱਥੇ ਸਾਰਿਆਂ ਦੇ ਮਨ ਭਾਉਂਦੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਵੱਸਦੇ ਨੇ। ਸੰਗਤ ਵਿੱਚ ਗੁਰੂ ਹੀ ਵੱਸਦਾ ਨਾ, ਅਤੇ ਸੰਗਤ ਦੇ ਮਨਾਂ ਵਿੱਚ ਵੀ ਗੁਰੂ ਦਾ ਹੀ ਪਿਆਰ ਹੈ। ਭਾਈ ਉਸ ਸੰਗਤ ਦੇ ਵਿੱਚ ਫਿਰ ਭਾਈ ਬਾਲਾ ਜੀ ਜਾ ਕੇ ਬਿਰਾਜੇ ਹਨ। ਜਿਸ ਮੈਂ ਭਗਤ ਰਹਿਓ ਤਿਨ ਸਾਥਾ, ਸ੍ਰੀ ਨਾਨਕ ਕੀ ਸੁੰਦਰ ਗਾਥਾ। ਅਤੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਫਿਰ ਬਿਰਾਜ ਗਏ ਨੇ। ਵੇਖੋ ਕਿੰਨਾ ਪਿਆਰ ਹੈ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ। ਹਾਲਾਂਕਿ ਗੁਰਤਾ ਗੱਦੀ ਮਿਲ ਗਈ ਹੈ, ਗੁਰੂ ਗੱਦੀ ਦੇ ਉੱਤੇ ਬੈਠ ਗਏ ਨੇ। ਅੱਜ ਦਾ ਕੋਈ ਹੁੰਦਾ ਸਾਧ, ਅੱਜ ਦਾ ਕੋਈ ਹੁੰਦਾ ਗੁਰੂ ਦਾ ਚੇਲਾ, ਗੁਰਤਾ ਗੱਦੀ ਮਿਲਦੀ ਕਹਿਣਾ ਸੀ ਮੋਹ ਗਿਆ, ਕੋਈ ਗੱਲ ਨਹੀਂ ਪਈ, ਹੁਣ ਸਾਡੀ ਵਡਿਆਈ ਹੈ। ਪਰ ਇੱਥੇ ਜਿਸ ਗੁਰੂ ਨੇ ਗਲ ਬੱਕੜੀ ਵਿੱਚ ਲੈ ਕੇ ਲਹਿਣੇ ਤੋਂ ਵੰਗਤ ਬਣਾਇਆ ਨਾ, ਹੁਣ ਉਹਦੇ ਪਿਆਰ ਦੇ ਵਿੱਚ ਬੱਝਾ ਹੋਇਆ ਮਨ ਜਿਹੜਾ ਵਾ ਉਹ ਇਹ ਪ੍ਰੀਤ ਸੁਣਨੀ ਲੋਚਦਾ ਏ। ਕਹਿੰਦੇ ਜਿੱਥੇ ਫਿਰ ਭਾਈ ਬਾਲਾ ਜੀ ਜਾ ਕੇ ਬੈਠੇ ਨੇ, ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਵੀ ਜਾ ਹੀ ਬਿਰਾਜੇ ਨੇ। ਅਤੇ ਸਾਰੀ ਰਾਤ ਨਿਸਮੈ ਭਣਤ ਰਹਿਓ ਤਿਨ ਥਾਨਾ, ਕਹਿੰਦੇ ਸਾਰੀ ਰਾਤ ਜਿਹੜੀ ਹੈ ਨਾ, ਉਸ ਸਥਾਨ 'ਤੇ ਬੈਠ ਕੇ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਭਾਈ ਬਾਲੇ ਕੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੁੰਦਰ ਗਾਥਾ ਸਰਵਣ ਕਰਦੇ ਹਨ। ਅੰਗਦ ਲਗਨ ਲਗਿਓ ਮਨ ਧਿਆਨਾ, ਆਸਣ ਬੈਸਿਓ ਭਈ ਬਹਾਨਾ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਬੜੀ ਲਗਨ ਦੇ ਨਾਲ ਇਹ ਸਰਵਣ ਕਰ ਰਹੇ ਨੇ, ਅਤੇ ਸਰਵਣ ਕਰਦਿਆਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੀ ਗਾਥਾ। ਹੁਣ ਦਿਨ ਚੜ੍ਹ ਗਿਆ ਹੈ। ਉਨ ਕੂਕਨ ਕਰ ਕਾਸਤ ਭਇਓ, ਸੁਟੀ ਸਮਾਦ ਸਨਾਨਨ ਕਯੋ। ਅਤੇ ਭਾਈ ਸਾਹਿਬ ਲਿਖਦੇ ਨੇ ਕਿ ਹੁਣ ਜਦੋਂ ਅੰਮ੍ਰਿਤ ਵੇਲਾ ਹੋ ਗਿਆ ਨਾ, ਅਤੇ ਜਿਹੜੀ ਸਮਾਧੀ ਦੇ ਵਿੱਚ ਲੀਨ ਸਨ ਰਾਤ, ਜਦੋਂ ਰਾਤ ਪਈ ਨਾ, ਅਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਬਾਰੇ ਭਾਈ ਬਾਲੇ ਕੋ ਸਰਵਣ ਕਰ ਰਹੇ ਨੇ, ਅਤੇ ਸਰਵਣ ਕਰਦਿਆਂ ਸਮਾਧੀ ਵਿੱਚ ਲੀਨ ਹੋ ਗਏ। ਮਨ ਜਿਹੜਾ ਗੁਰੂ ਨਾਨਕ ਦੇ ਚਰਨਾਂ ਵਿੱਚ ਟਿਕ ਗਿਆ, ਅਤੇ ਉਸ ਚਰਨਾਂ ਦੇ ਵਿੱਚ ਟਿਕੇ ਹੋਏ ਮਨ ਦੀ ਸਮਾਧੀ ਲੱਗ ਗਈ, ਅਤੇ ਸਾਰੀ ਰਾਤ ਸਮਾਧੀ ਲੱਗੀ ਰਹੀ। ਅਤੇ ਪੁੰਨ ਪੂਖਣ ਜਦੋਂ ਅੰਮ੍ਰਿਤ ਵੇਲਾ ਹੋ ਗਿਆ, ਸੂਰਜ ਉਦੇ ਹੋ ਗਿਆ,
ਤੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਮਾਧੀ ਖੁੱਲ੍ਹੀ ਫਿਰ। ਤੇ ਭਾਈ ਸਾਹਿਬ ਲਿਖਦੇ ਨੇ ਫਿਰ ਉਹਨਾਂ ਨੇ ਇਸ਼ਨਾਨ ਕੀਤਾ। ਵੈਸੇ ਬਹੁ ਬੁਲਾਇਓ ਬਾਲਾ ਬੰਧਨ ਕਰੀ ਆਣ ਤਤਕਾਲਾ। ਤੇ ਭਾਈ ਬਾਲੇ ਨੂੰ ਫਿਰ ਬੁਲਾਇਆ। ਵੈਸੇ ਬਹੁਰ ਬੁਲਾਇਓ ਬਾਲਾ। ਆਪ ਫਿਰ ਆਸਣ 'ਤੇ ਬੈਠ ਗਏ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ। ਤੇ ਭਾਈ ਬਾਲੇ ਨੂੰ ਸੁਨੇਹਾ ਭੇਜ ਕੇ ਬੁਲਾ ਲਿਆ। ਤੇ ਉਸੇ ਵੇਲੇ ਭਾਈ ਸਾਹਿਬ ਲਿਖਦੇ ਨੇ ਫਿਰ ਭਾਈ ਬਾਲਾ ਜੀ ਆਣ ਕੇ ਗੁਰੂ ਚਰਨਾਂ ਵਿੱਚ ਹਾਜ਼ਰ ਹੋਏ ਤੇ ਬੰਦਨਾ ਕੀਤੀ ਹੈ। ਗੁਰ ਅੰਗਦ ਸ੍ਰੀ ਮੁਖ ਕਹਿਓ ਸਭ ਇਤਿਹਾਸ ਸੁਣਾਓ। ਸ੍ਰੀ ਨਾਨਕ ਕੇ ਜਨਮ ਤੇ ਸਗਲ ਕਥਾ ਸਮਝਾਓ। ਹੁਣ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਭਾਈ ਬਾਲੇ ਨੂੰ ਆਖ ਰਹੇ ਨੇ, ਆਪਣੇ ਮੁਖ ਤੋਂ ਕਹਿੰਦੇ ਨੇ, ਹੇ ਭਾਈ ਬਾਲੇ, ਹੁਣ ਜਨਮ ਤੋਂ ਲੈ ਕੇ ਉਹਨਾਂ ਦੀ ਜਿਹੜੀ ਸਾਰੀ ਕਥਾ ਹੈ ਨਾ ਉਹ ਸਾਨੂੰ ਸੁਣਾਉਣੀ ਕਰੋ। ਚੌਪਈ ਬਾਲੇ ਗੁਰ ਪ੍ਰੀਤ ਬਿਰਾ ਉਚਾਰੀ। ਜਨਮ ਕਥਾ ਅਨਜਾਣ ਅਗਾਰੀ। ਬਹੁਤ ਨਰਮ ਤੇ ਇਹ ਬਿਦ ਸੁਣੀ। ਸੋ ਤੁਮ ਪਾਸ ਬਖਾਨਤ ਗੁਣੀ। ਹੁਣ ਭਾਈ ਸਾਹਿਬ ਲਿਖਦੇ ਹਨ ਕਿ ਭਾਈ ਬਾਲੇ ਨੇ ਬਾਲੇ ਗੁਰ ਪ੍ਰਤ ਗਿਰਾ ਉਚਾਰੀ। ਉਹਨਾਂ ਨੇ ਬੇਨਤੀ ਕੀਤੀ ਗੁਰੂ ਅੱਗੇ, ਹੇ ਪਾਤਸ਼ਾਹ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ, ਇਸ ਸੰਸਾਰ ਦੇ ਉੱਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਇਤਿਹਾਸ ਹੈ, ਉਹਨਾਂ ਦਾ ਜਿਹੜਾ ਜਨਮ ਹੈ, ਮੈਂ ਅਣਜਾਣ ਮਤ ਹਾਂ, ਅਣਜਾਣ ਬੁੱਧੀ ਹੈ। ਬਹੁਤ ਨਰਨ ਤੇ ਇਹ ਬਿਦ ਸੁਣੀ। ਭਾਈ ਇਸ ਸੰਸਾਰ ਦੇ ਉੱਤੇ ਸੋ ਤੁਮ ਪਾਸ ਬਖਾਨਤ ਗੁਣੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਗੁਣਾਂ ਦੀ ਖਾਨ ਹਨ, ਪਰ ਮੈਂ ਕੋਸ਼ਿਸ਼ ਕਰਦਾ ਤੁਸੀਂ ਰਹਿਮਤ ਕਰਨੀ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੀ ਕਥਾ ਆਪ ਕਰਵਾਉਣੀ ਹੈ। ਪੂਰਜ ਮਾਸ ਕੀ ਪੂਰਨਮਾਸੀ। ਬਿਨਸਤ ਸਬਤਨ ਸਤ 84। ਔਰ ਸੁਣੀ ਸੋ ਕਰੋ ਉਚਾਰੀ। ਪਤਰੀ ਜਨਮ ਲਿਖੀ ਤਿਜ ਸਾਰੀ। ਹੁਣ ਭਾਈ ਬਾਲਾ ਜੀ ਫਿਰ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆਖਣ ਲੱਗੇ, ਹੇ ਪਾਤਸ਼ਾਹ, ਮੈਂ ਜਿੱਥੋਂ ਕਥਾ ਆਰੰਭ ਕਰਨੀ ਹੈ ਨਾ, ਜਦੋਂ ਤੋਂ ਉਹਨਾਂ ਦੀ ਪੱਤਰੀ ਲਿਖੀ ਗਈ, ਜਨਮ ਪੱਤਰੀ, ਕੱਤਕ ਮਹੀਨੇ ਦੀ ਪੂਰਨਮਾਸੀ ਸੀ। ਤੇ ਉਸ ਮਹੂਰਤ 'ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪੱਤਰੀ ਵਾਚੀ ਗਈ ਹੈ। ਉਸ ਸਮੇਂ ਤੋਂ ਮੈਂ ਆਪ ਜੀ ਨੂੰ ਕਥਾ ਸੁਣਾਉਣੀ ਕਰ ਰਿਹਾ ਹਾਂ। ਕਾਲੂ ਨਾਨਕ ਜਨਕ ਜਨੀ ਜੈ। ਕਾਮ ਮਦ ਤੇ ਧਈ ਲਖੀ ਜੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਿਤਾ ਭਾਈ ਮਹਿਤਾ ਕਲਿਆਣ ਦਾ, ਜਿਨ੍ਹਾਂ ਨੂੰ ਭਾਈ ਕਾਲੂ ਜੀ ਵੀ ਕਿਹਾ ਗਿਆ, ਕਹਿੰਦੇ ਹਨ ਇਸ ਸੰਸਾਰ ਦੇ ਉੱਤੇ ਕਾਲੂ ਨਾਨਕ ਜਨਕ ਜਨੀਜੈ। ਭਾਵ ਇਸ ਸੰਸਾਰ ਦੇ ਉੱਤੇ ਮਹਿਤਾ ਕਲਿਆਣ ਦਾਸ ਜੀ, ਜਿਨ੍ਹਾਂ ਦੇ ਘਰ ਧਾਮ ਮਦ ਤੇ ਧਰੀ ਲਖੀਜੈ, ਜਿਨ੍ਹਾਂ ਦੇ ਘਰ ਵਿੱਚ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਲਿਆ ਹੈ। ਪਾਪਰ ਲੋਕ ਕਾਲ ਬਹੁ ਕਾਲੂ। ਜੀਵਤ ਨੁਜ ਨਾਮ ਤੇ ਲਾਲੂ। ਭਾਈ ਇਸ ਸੰਸਾਰ ਦੇ ਉੱਤੇ ਜਿੱਥੇ ਮਹਿਤਾ ਕਲਿਆਣ ਦਾਸ ਜੀ, ਉਹਨਾਂ ਦੇ ਪਿਤਾ ਅੱਗੇ ਜਿਹੜੇ ਆ ਉਹਨਾਂ ਦਾ ਸਵਰਗਵਾਸ ਹੋ ਗਿਆ, ਬਹੁਤ ਚਿਰ ਹੋਇਆ ਹੈ, ਪਰ ਉਹਨਾਂ ਦਾ ਛੋਟਾ ਭਰਾ ਜਿਹੜਾ ਹੈ ਉਹ ਜਿਉਂਦਾ ਹੈ। ਦੋਹਰਾ ਵਿਰਤ ਕੈ ਸਬਬ ਬਲ ਬਿਨਾ। ਦੀਤੇ ਬਰਤ ਵਿਸਾਲ। ਤਲਵੰਡੀ ਮੈਂ ਸਦਨ ਤਿਸ। ਸੁਣੋ ਸਰੋਣ ਗੁਰ ਦਿਆਲ। ਇੱਥੇ ਭਾਈ ਸਾਹਿਬ ਜੀ ਜ਼ਿਕਰ ਕਰਦੇ ਨੇ ਕਿ ਭਾਈ ਬਾਲਾ ਜੀ ਹੁਣ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇਹ ਦੱਸ ਰਹੇ ਨੇ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਜੀਵਨ ਦੀ ਗਾਥਾ ਹੈ ਨਾ, ਉਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਿਤਾ ਤੇ ਉਹਨਾਂ ਦੇ ਛੋਟੇ ਭਰਾ
क्योंकि पिता का स्वर्गवास हो गया है भाई ਮਹਿਤਾ कल्याण दास जी का। वो इस संसार तो चल वसे ने। तो जिहड़ी गाथा असीं धन गुरु नानक साहब सच्चे पातशाह जी की सरवण करनी है, क्योंकि मेरी अल्प बुद्धि है, मैं थोड़ी बहुती जानदा हाँ, पर जिहड़ी उन्हां दी पत्री है ना, क्योंकि पुराने समय दे विच पत्रियां बनाईयां जांदियां सन, लेखा जोखा रखिया जांदा सी, ते जिहड़ा कोई महान पुरुष सी उहदियां गाथा भी लिखियां जांदियां सन। ते गुरु नानक साहब सच्चे पातशाह जी दे जीवन की गाथा भी जिहड़ी लिखी हुई है ना, वो हुण ਮਹਿਤਾ कल्याण दास जी के छोटे भरा उन्हां दे कोल है, जिन्हां दा नाम है लालू, भाई लालू जी। धन गुरु नानक साहब सच्चे पातशाह जी के ताया जी, जां असीं चाचा जी मान लीए, क्योंकि गुरु नानक साहब सच्चे पातशाह जी के छोटे जिहड़े पिता जी के छोटे भरा सन, ਮਹਿਤਾ कल्याण दास जी के छोटे भराता। ਇਹ सच्चे पातशाह धन गुरु अंगद साहब सच्चे पातशाह जी, ये जन्म पत्री जिहड़ी है ना, जिहड़ा जीवन है गुरु नानक साहब सच्चे पातशाह जी का, वो उन्हां दे कोल है। ते हो सके कि किसी नूं भेज के ये पत्री जिहड़ी है भाई लालू जी दे कोलों ले आंदी जावे। चौपई श्री अंगद सुन और बहु हरखा, परम प्रेम जो जगतर बरखा। धन गुरु अंगद साहब सच्चे पातशाह जी ने जदों ये सरवण किया ना कि इस संसार के उत्ते गुरु नानक साहब सच्चे पातशाह जी के जीवन की गाथा उन्हां दे घर तलवंडी दे विच भाई लालू जी के घर विच है, वो पत्री रखी गई है। वो जीवन का इतिहास एक किताब के रूप में पिया है, तो ये अखां दे विच फिर नैणां दे विच जल आ गया। तो हुण आखदे ने श्री गुरु अंगद सुन उर्व बहु हरखा, परम प्रेम जयो जल धर बरखा। अखां दे विचों जिस तरह बदलों के विचों बारिश आउंदी है ना, मींह वरसदा, हुण नैणां दे विचों इस तरह पानी वरखण लगा है। बोले गिराल साल कृपाला, गिद बिजली के पतरी बाला। अपने मुख तो बोलते ने, हे बाला जी, ये किस तरह पत्री लियांदी जाएगी, किस बिद लीजै पत्री बाला, ये किस तरीके दे नाल पत्री लियांदी जा सकती है, जिहदे तो असीं गुरु नानक साहब सच्चे पातशाह जी के जवानी का इतिहास, उन्हां दे बाल बचपन का इतिहास पढ़ सकते हाँ। ऐसा कौन मीत सिख होई, पत्री को दर्शावै जोई। ऐसा केड़ा परम मित्र है, कोई है ऐसा सिख जिहड़ा इस पत्री नूं लभ के लियावे, क्योंकि संसार के उत्ते शरीर रूप में गुरु नानक साहब सच्चे पातशाह जी नहीं रहे, उन्हां दे पिता जी भी नहीं रहे। पता चलिया है कि उन्हां दे चाचा जी इस संसार ते शरीर रूपी हन, पर उस पत्री नूं लभ के लियाउणा पवेगा। है कोई ऐसा पत्री नूं खोज के लियाउण वाला सिख? बाला कहे खोज जो कीजे, तो निश्चय पत्री कर लीजै। फिर भाई बाले ने आख्या, हे सच्चे पातशाह, वो पत्री लभी जा सकती है, पर खोज करनी पएगी, उस घर दे विच जाके लभनी पवेगी। पर ये खोज करने वास्ते सानू उत्थे जाना पवेगा। लालू आलिया मिलकर तासू, बुझवावे जब ते के पासू। ते फिर भाई बाला जी आखदे हन, हे सच्चे पातशाह, जिहड़े कालू ਮਹਿਤਾ कालू जी के छोटे भरा लालू दास जी हैं, जे वो साड़ी मदद करन ते ये पत्री लभ जाएगी, वो साडे नाल ये खोज करन घर दे विचों, ते असीं पत्री लभ सकदे हां। हुण इस तरह करो कि कोई सिख साडे नाल जावे। भाई बाला जी कह रहे गुरु अंगद साहब सच्चे पातशाह जी नूं कि है कोई सिख, कोई सेवक साडे नाल जावे ते असीं जाके ये पत्री लभ सकदे हां, ते तुहाडा जिहड़ा पूरा मनोरथ है ना, वो पूरा हो जाएगा। श्री अंगद भागी गिरा होवे तुम ते काम,
नगर में रहत हो खुजवावो ते काम। ਫਿਰ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਖਿਆ, ਹੇ ਬਾਲੇ, ਇਹ ਕੇਵਲ ਤੂੰ ਹੀ ਪੂਰਾ ਕਰਮ ਨਿਭਾ ਸਕਦਾ, ਕਿਉਂਕਿ ਤੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਨੇ, ਤੈਨੂੰ ਸਭ ਪਤਾ ਹੈ, ਤੈਨੂੰ ਉਸ ਪੱਤਰੀ ਦਾ ਵੀ ਪਤਾ ਹੈ, ਤੂੰ ਉਹਦੇ ਵੀ ਦਰਸ਼ਨ ਕੀਤੇ ਹੋਣਗੇ। ਇਸ ਕਰਕੇ ਤੁਸੀਂ ਇਸ ਤਰ੍ਹਾਂ ਕਰੋ, ਕੋਈ ਸਿੱਖ ਨਾਲ ਲੈ ਜਾਵੋ ਅਤੇ ਜਾ ਕੇ ਫਿਰ ਤਲਵੰਡੀਓਂ ਜਾ ਕੇ ਇਹ ਪੱਤਰੀ ਖੋਜ ਕੇ ਲਿਆਵੋ। ਚੌਪਈ ਕਹਿ ਬਾਲਾ ਮੁਖ ਸਸੇ ਸੁਦਾਸੀ, ਸ੍ਰੀ ਅੰਗਦ ਸੁਣਿਐ ਸੁਖ ਰਾਸੀ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹੱਥ ਜੋੜ ਕੇ ਖਲੋ ਕੇ ਫਿਰ ਮੁੱਖ ਦੇ ਉੱਤਮ ਭਾਈ ਬਾਲਾ ਜੀ ਆਖਦੇ ਨੇ, ਹੇ ਸੁੱਖਾਂ ਦੀ ਖਾਣ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀਓ। ਏਕ ਸਿੱਖ ਦੀਜੇ ਮੁਝ ਸਾਥੂ, ਜਾਵੇ ਜਸ ਪਦ ਦੀਨਾ ਨਾਥੂ। ਇੱਕ ਸਿੱਖ ਜਿਹੜਾ ਵਾ ਮੇਰੇ ਨਾਲ ਘਲਾਵੋ, ਇੱਕ ਸਿੱਖ ਦੀਜੇ ਮੁਝ ਸਾਥੂ, ਮੇਰੇ ਸਾਥ ਇੱਕ ਸਿੱਖ ਦੇ ਦਿਓ। ਤੁਸੀਂ ਆਪ ਕਿਰਪਾ ਕਰੋ, ਇੱਕ ਸਿੱਖ ਨੂੰ ਆਵਾਜ਼ ਮਾਰੋ, ਇੱਕ ਸਿੱਖ ਮੈਨੂੰ ਨਾਲ ਦੇ ਦਿਓ, ਕਿਉਂਕਿ ਅਸੀਂ ਦੋਵੇਂ ਜਾਣੇ ਫਿਰ ਜਲਦੀ ਜਲਦੀ ਜਾਵਾਂਗੇ, ਛੇਤੀ ਚਲੇ ਜਾਵਾਂਗੇ, ਛੇਤੀ ਪਹੁੰਚਾਂਗੇ, ਇਹ ਕਾਰਜ ਛੇਤੀ ਨਿਪੜੇ ਚੜ੍ਹੇਗਾ। ਲਾਲੂ ਆਂਦੇ ਅਲੇਖ ਲਾਈ, ਆਨੇ ਦੇ ਹਮ ਦੇ ਤੇ ਪਾਈ। ਕਹਿੰਦੇ ਅਸੀਂ ਉਹਨਾਂ ਦੇ ਘਰ ਜਾ ਕੇ, ਭਾਈ ਲਾਲੂ ਜੀ ਦੇ ਘਰ ਵਿੱਚ ਜਾ ਕੇ ਪੱਤਰੀ ਨੂੰ ਲੱਭ ਲਵਾਂਗੇ। ਤੁਹਾਡੀ ਰਹਿਮਤ ਹੋਣੀ ਚਾਹੀਦੀ ਹੈ, ਅਸੀਂ ਉਸ ਪੱਤਰੀ ਨੂੰ ਲੱਭ ਲਵਾਂਗੇ ਅਤੇ ਲੱਭ ਕੇ ਅਸੀਂ ਤੁਹਾਡੇ ਕੋਲ ਲੈ ਆਵਾਂਗੇ। ਗੁਰ ਪਰਸੀਤੇ ਬਾਲੇ ਪਰ ਤਬ, ਚਿਤ ਕਰਤਾਰ ਨ ਬਿਸਰੇ ਔਰ ਕਬ। ਜਦੋਂ ਇੰਨੀ ਗੱਲ ਕਹੀ ਨਾ ਤੇ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਿਰ ਬਾਲੇ ਨੂੰ ਅਸੀਸ ਦਿੱਤੀ, ਹੇ ਬਾਲੇ, ਤੂੰ ਸਦਾ ਹੀ ਖੁਸ਼ ਰਹੇਂਗਾ, ਸਾਡੀ ਇਹ ਅਸੀਸ ਹੈ, ਤੇਰੇ ਦਿਲ ਵਿੱਚੋਂ ਕਦੇ ਵੀ ਕਰਤਾਰ ਨਹੀਂ ਵਿਸਰੇਗਾ। ਲਾਲਾ ਪੰਨੂ ਸਿੱਖ ਸਦਾਇਆ, ਸ੍ਰੀ ਮੁਕਤੇ ਜਿਬ ਬਾਟ ਅਲਾਇਆ। ਤੇ ਫਿਰ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਲਾਲਾ ਪੰਨੂ ਸਿੱਖ ਹੋਇਆ, ਉਹਨੂੰ ਸਿੱਖਾਂ ਦੇ ਰਾਹੀਂ ਸੱਦਾ ਭੇਜਿਆ ਤੇ ਆਪਣੇ ਕੋਲ ਬੁਲਾਇਆ। ਗੁਰ ਸਿੱਖੀ ਤੁਮ ਮਹਿ ਅਧਿਕਾਰੀ, ਜਿਵ ਸਾਵਨ ਸ੍ਰਿਸ਼ਟਾ ਬਹੁਤਾਈ। ਤੇ ਜਦੋਂ ਬੁਲਾ ਕੇ ਆਪਣੇ ਕੋਲ ਸੱਦਿਆ ਨਾ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਲਾਲਾ ਪੰਨੂ ਜੀ ਨੂੰ, ਤੇ ਫਿਰ ਆਖਿਆ ਕਿ ਤੁਹਾਡੇ ਅੰਦਰ ਗੁਰਸਿੱਖੀ ਤੁਮ ਮਹਿ ਅਧਿਕਾਈ, ਤੁਹਾਡੇ ਵਿੱਚ ਬੜੀ ਗੁਰਸਿੱਖੀ ਹੈ। ਕਾਰਜ ਤੇ ਉਹੀ ਕਰ ਸਕਦਾ ਨਾ ਜਿਹੜਾ ਗੁਰੂ ਦਾ ਸੇਵਕ ਹੋਵੇ ਤੇ ਜਿਹੜਾ ਆਪਾ ਭਾਵ ਤਿਆਗ ਕੇ ਗੁਰੂ ਚਰਨਾਂ ਦੇ ਵਿੱਚ ਆ ਕੇ ਬਿਰਾਜੇ। ਗੁਰੂ ਸਾਹਿਬ ਕਹਿੰਦੇ ਨੇ ਕਿ ਤੇਰੇ ਅੰਦਰ ਸਿੱਖੀ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਸਾਵਣ ਮਹੀਨੇ ਵਿੱਚ ਮੀਂਹ ਵਰਦਾ ਹੈ, ਜਿਸ ਤਰ੍ਹਾਂ ਨਦੀਆਂ ਦੇ ਵਿੱਚ ਪਾਣੀ ਹੈ, ਇਸ ਤਰ੍ਹਾਂ ਤੇਰੇ ਅੰਦਰ ਗੁਰਸਿੱਖੀ ਭਰੀ ਪਈ ਹੈ। ਦੋਹਰਾ ਬਾਲੇ ਸੰਗ ਜੈ ਤਹਾਂ, ਜਹ ਜਨਮਿਓ ਮਮ ਨਾਥ। ਪਵ ਪੱਤਰੀ ਕੋ ਆਨ ਕੈ, ਕੀਜੈ ਜਨਮ ਸਖਾਤ। ਇਸ ਤਰ੍ਹਾਂ ਫਿਰ ਬਾਲੇ ਸੰਗ ਜੈ ਤਹਾਂ, ਜਹ ਜਨਮਿਓ ਮਮ ਨਾਥ, ਜਿੱਥੇ ਧੰਨ ਗੁਰੂ ਜਗਤ ਦੇ ਨਾਥ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਿੱਥੇ ਜਨਮ ਹੋਇਆ ਨਾ, ਭਾਈ ਸਾਹਿਬ ਲਿਖਦੇ ਨੇ ਫਿਰ ਬਾਲਾ ਜੀ ਭਾਈ ਪੰਨੂ ਨੂੰ, ਲਾਲਾ ਪੰਨੂ ਜੀ ਨੂੰ ਆਪਣੇ ਨਾਲ ਲੈ ਕੇ ਫਿਰ ਉਸ ਪਾਵਨ ਅਸਥਾਨ ਪਵਿੱਤਰ ਅਸਥਾਨ ਨੂੰ ਚੱਲ ਪਏ ਨੇ, ਜਿੱਥੋਂ ਜਾ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੀ ਪੱਤਰੀ ਲਿਆਉਣੀ ਹੈ। ਭਾਵ ਉਹਨਾਂ ਦਾ ਜਿਹੜਾ ਜੀਵਨ ਲਿਖਿਆ ਹੋਏ ਉਸ ਪੱਤਰੀ ਨੂੰ ਲੈ ਕੇ ਆਉਣਾ ਹੈ ਭਾਈ ਬਾਲਾ ਜੀ ਨਾਲ ਭਾਈ ਲਾਲਾ ਪੰਨੂ ਜੀ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਗਿਆ ਅਨੁਸਾਰ ਫਿਰ ਇੱਥੋਂ ਜਿਹੜਾ ਵਾ ਖਡੂਰ ਦੀ ਧਰਤੀ ਤੋਂ ਚਾਲੇ ਪਾਉਂਦੇ ਹਨ। ਸੋ ਅੱਜ ਅਸੀਂ ਇੱਥੋਂ ਤੱਕ ਇਤਿਹਾਸ ਵਿਚਾਰਿਆ ਹੈ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ, ਭਾਈ ਬਾਲਾ ਜੀ ਦਾ ਮਿਲਾਪ, ਉਪਰੰਤ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਭਾਈ ਬਾਲੇ ਤੋਂ ਪਤਾ ਚੱਲਦਾ ਹੈ ਕਿ ਗੁਰੂ ਨਾਨਕ ਦੇ ਸਿੱਖ ਹਨ, ਉਹਨਾਂ ਦੇ ਨਾਲ ਰਹੇ ਹਨ, ਭਾਈ ਬਾਲੇ ਨੂੰ ਜਿਹੜਾ ਵਾ ਉਹ ਪੁੱਛਣਾ ਕੀਤਾ, ਗੁਰੂ ਸਾਹਿਬ ਦਾ ਜੀਵਨ ਇਤਿਹਾਸ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਇਤਿਹਾਸ ਹੈ, ਪਰ ਉਹ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਿੰਡ ਹੀ ਨਗਰ ਵਿੱਚ ਹੀ,
ਜਿੱਥੇ ਉਹਨਾਂ ਦੇ ਚਾਚਾ ਜੀ ਭਾਈ ਲਾਲੂ ਜੀ ਰਹਿੰਦੇ ਨੇ, ਉਹਨਾਂ ਦੇ ਕੋਲ ਪਿਆ ਹੋਵੇਗਾ। ਜੇ ਤੁਸੀਂ ਇੱਕ ਸਿੱਖ ਨੂੰ ਭੇਜੋ ਮੇਰੇ ਨਾਲ ਤੇ ਅਸੀਂ ਉਹ ਇਤਿਹਾਸ ਵਾਲੀ ਪੋਥੀ ਜਿਹੜੀ ਆ ਉਹ ਲੈ ਆਉਂਦੇ ਹਾਂ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਿਰ ਕਿਰਪਾ ਕੀਤੀ ਤੇ ਭਾਈ ਲਾਲਾ ਪੰਨੂ ਜੀ ਨੂੰ ਨਾਲ, ਇਹ ਗੁਰੂ ਦਾ ਸਿੱਖ ਹੈ, ਇਹਨੂੰ ਭਾਈ ਬਾਲੇ ਦੇ ਨਾਲ ਭੇਜਿਆ ਹੈ। ਸੋ ਹੁਣ ਭਾਈ ਬਾਲਾ ਜੀ ਗੁਰੂ ਅੱਗੇ ਅਰਦਾਸ ਕਰਕੇ ਤੇ ਤਲਵੰਡੀ ਗ੍ਰਾਮ ਨੂੰ ਭਾਵ ਨਗਰ ਨੂੰ ਜਿਹੜਾ ਵਾ ਉਹ ਤੁਰ ਪਏ ਹਨ ਜੀ। ਸੋ ਅੱਜ ਇੰਨੀਆਂ ਕੁ ਵਿਚਾਰਾਂ ਸਰਵਣ ਕੀਤੀਆਂ ਹਨ। ਗੁਰੂ ਸਾਹਿਬ ਰਹਿਮਤ ਕਰਨ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਦਾ ਇਤਿਹਾਸ ਸਰਵਣ ਕਰ ਰਹੇ ਹਾਂ। ਆਪਣੀ ਕਿਰਪਾ ਬਣਾਈ ਰੱਖਣ, ਕਿਉਂਕਿ ਅਸੀਂ ਪਾਵਨ ਇਤਿਹਾਸਕ ਅਸਥਾਨ 'ਤੇ ਜੁੜ ਕੇ ਬੈਠੇ ਹਾਂ ਜਿੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪ ਚਰਨ ਪਾਏ ਹਨ। ਬੜਾ ਮਹਾਨ ਅਸਥਾਨ ਹੈ। ਇਸ ਪਾਵਨ ਇਤਿਹਾਸਕ ਅਸਥਾਨ ਦੇ ਉੱਤੇ ਗੁਰਦੁਆਰਾ ਗੁਰੂ ਨਾਨਕ ਵਾੜੀ ਸਿੰਘ ਸਭਾ ਸਾਰੀ ਸੰਗਤ ਜੁੜ ਬੈਠ ਕੇ ਸਰਵਣ ਕਰਦੀ ਹੈ। ਜਿੱਥੇ ਆਪ ਹਾਜ਼ਰੀਆਂ ਭਰਦੇ ਹਾਂ ਉੱਥੇ ਲਾਈਵ ਵੀ ਅਸੀਂ ਫੇਸਬੁੱਕ 'ਤੇ ਸਰਵਣ ਕਰ ਰਹੇ ਹਾਂ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤ ਇਸ ਪਾਵਨ ਇਤਿਹਾਸ ਨੂੰ ਸਰਵਣ ਕਰ ਰਹੀ ਹੈ। ਸੋ ਗੁਰੂ ਰਹਿਮਤ ਬਣਾਈ ਰੱਖਣ, ਇਸੇ ਤਰ੍ਹਾਂ ਸਾਡਾ ਜੋੜ ਮੇਲ ਬਣਿਆ ਰਹੇ, ਅਸੀਂ ਇਤਿਹਾਸ ਦੀਆਂ ਵਿਚਾਰਾਂ ਸਰਵਣ ਕਰਦੇ ਰਹੀਏ। ਆਓ ਅਖੀਰ ਵਿੱਚ ਗੁਰਫਤਿਹ ਦੇ ਨਾਲ ਸਾਂਝ ਬਣਾਈਏ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।